ਕਾਫੀ ਐਕਸਪੀਰੀਅੰਸ ਹੈ I2A ਇਮੀਗ੍ਰੇਸ਼ਨ। ਇਸ਼ਪ੍ਰੀਤ ਸਿੰਘ ਆਪਾਂ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਕੇ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਦੇਵਾਂਗੇ। ਜਿਹੜਾ ਵੀਜ਼ਾ ਆਫਿਸਰ ਹੈ ਉਹ ਵੀਜ਼ਾ ਦੇਣ ਲਈ ਬੈਠਾ ਹੈਗਾ, ਰਿਫਿਊਜ਼ਲ ਦੇਣ ਲਈ ਨਹੀਂ ਬੈਠਾ ਹੋਇਆ, ਈਜ਼ੀਲੀ ਵੀਜ਼ਾ ਦੇ ਦਿੰਦਾ ਹੈ। ਜਿੰਨੇ ਮੂੰਹ ਓਨੀਆਂ ਗੱਲਾਂ। ਵੀਜ਼ਾ ਆਫਿਸਰ ਨੇ ਜਾਂ ਕੈਨੇਡਾ ਦੀ ਵੈਬਸਾਈਟ ਤੇ ਕਦੀ ਵੀ ਏਜ ਨੂੰ ਲੈ ਕੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਸ ਏਜ ਦਾ ਬੰਦਾ ਚਾਹੀਦਾ। 9217 I2A ਇਮੀਗ੍ਰੇਸ਼ਨ ਦੇ ਜਿਹੜੇ ਨੰਬਰ ਨੇ ਇਹਨਾਂ ਦੇ ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ, ਚਾਹੇ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਲਵਾਉਣਾ ਹੈ ਜਾਂ ਫਿਰ ਤੁਸੀਂ ਟੂਰਿਸਟ ਵੀਜ਼ਾ ਤੇ ਵਿਦੇਸ਼ ਜਾਣਾ। ਇਸ ਟਾਈਮ ਪੰਜਾਬ ਦੀ ਗੱਲ ਕਰਾਂ ਤੇ 50, 60, 70% ਕੇਸ ਇਦਾਂ ਦੇ ਨੇ ਜਿਹੜੇ ਇੱਕ ਵਾਰ ਅਪਲਾਈ ਕਰ ਚੁੱਕੇ ਹੋਏ ਨੇ। ਉਹਨਾਂ ਚੋਂ ਬਹੁਤ ਸਾਰੇ ਕੇਸ ਜਿਹੜੇ ਰਿਫਿਊਜ਼ ਵੀ ਹੋ ਚੁੱਕੇ ਨੇ। ਸਾਡੇ ਕੋਲ ਰਿਫਿਊਜ਼ਲ ਕੇਸ ਬਹੁਤ ਆਉਂਦੇ ਨੇ, ਅਸੀਂ ਐਕਸਪਰਟ ਹਾਂ ਰਿਫਿਊਜ਼ਲ ਦੇ ਵਿੱਚ। I2A यानी कि इंडिया टू अब्रॉड इमिग्रेशन बहुत नाम सुनिया इन्हां दा, सोशल मीडिया ते भी काफी इन्हां दी एड जेडी देखी है। बहुत सारे वीजे इन्हां ने जेडे ने कदी 7 दिनां दे विच कदी 15 दिनां दे विच लगवा के दित्ते ते कदी इन्हां ने 18 19 साल दे बच्चों ਨੂੰ टूरिस्ट वीजा तक लगवा दित्ते। ਵੀਜ਼ਾ ਆਫਿਸਰ ਨੂੰ ਨਹੀਂ ਲੱਗਦਾ ਕਿ ਤੁਸੀਂ ਜੈਨੂਇਨ ਹੈਗੇ ਹੋ ਤੇ ਸਭ ਤੋਂ ਵੱਡਾ ਰਿਫਿਊਜ਼ਲ ਦਾ ਕਾਰਨ ਤੁਹਾਡਾ ਇਹ ਹੁੰਦਾ। ਕਈ ਲੋਕ ਜਿਹੜੇ ਹਜ਼ਾਰਾਂ ਦੇ ਵਿੱਚ ਲੋਕ ਜਿਹੜੇ ਨੇ ਟੂਰਿਸਟ ਵੀਜ਼ਾ ਲਈ ਅਪਲਾਈ ਕਰਦੇ ਨੇ, ਪਰ ਹਰ ਕਿਸੇ ਦਾ ਆਉਂਦਾ ਨਹੀਂ ਹੈ। ਸਿਰਫ ਕੁਝ ਕੁ ਹੁੰਦੇ ਨੇ ਜਿਨ੍ਹਾਂ ਦਾ ਆਉਂਦਾ ਹੈ। ਰਿਫਿਊਜ਼ਲ ਵੀ ਕਈਆਂ ਦੇ ਲੱਗ ਜਾਂਦੇ ਨੇ। ਰਿਫਿਊਜ਼ਲ ਲੱਗਣ ਦੇ ਕੀ ਕਾਰਨ ਹੈ? ਕਿ ਸਟੱਡੀ ਵੀਜ਼ਾ ਲੈ ਲਓ ਚਾਹੇ PR ਲੈ ਲਓ, ਇਹਨਾਂ ਚੀਜ਼ ਮੈਟਰ ਕਰੇਗੀ ਕਿ ਤੁਹਾਡੀ ਏਜ ਕਿੰਨੀ ਹੈ, ਗੈਪ ਕਿੰਨਾ ਹੈਗਾ। ਠੀਕ ਹੈ, ਇੱਕ ਟੂਰਿਸਟ ਵੀਜ਼ਾ ਹੈ ਜਿਹਦੇ ਵਿੱਚ ਏਜ ਨਹੀਂ ਮੈਟਰ ਕਰਦੀ। ਘੁੰਮਣ ਫਿਰਨ ਲਈ ਕੋਈ ਵੀ ਜਾ ਸਕਦਾ। ਸਿਰਫ ਫਾਈਲ ਨੂੰ ਰਿਪਰੈਜ਼ੈਂਟ ਕਰਨਾ ਆਉਣਾ ਚਾਹੀਦਾ, ਤੁਹਾਡੇ ਕੋਲ ਵੈਲਿਡ ਰੀਜ਼ਨ ਹੋਣਾ ਚਾਹੀਦਾ ਜੋ ਕਿ ਅਸੀਂ ਇਨਵੀਟੇਸ਼ਨ ਦੇ ਥਰੂ ਜਿਹੜੀ ਪ੍ਰੋਫਾਈਲ ਆ ਉਹਨੂੰ ਇੱਕ ਰੀਜ਼ਨ ਦਿੰਦੇ ਆ। ਇੱਕ ਆਪਾਂ ਸਹੀ ਰਸਤੇ ਤੇ ਉਸ ਫਾਈਲ ਨੂੰ ਜਦੋਂ ਆਪਾਂ ਤੋੜਦੇ ਹੈਗੇ ਆ ਤੇ ਵੀਜ਼ਾ ਈਜ਼ੀਲੀ ਆ ਜਾਂਦਾ। ਟੂਰਿਸਟ ਵੀਜ਼ਾ ਲਗਵਾਉਂਦੇ ਹੋ ਹਨਾ, ਕਈ ਇਦਾਂ ਦੀਆਂ ਫਾਈਲਸ ਵੀ ਤੁਹਾਡੇ ਕੋਲ ਆਈਆਂ ਹੋਣਗੀਆਂ ਜੋ ਪਹਿਲਾਂ ਜਿਨ੍ਹਾਂ ਦੇ ਰਿਫਿਊਜ਼ਲ ਲੱਗੇ ਹੋਣਗੇ। ਜਦੋਂ ਉਹਨਾਂ ਦਾ ਵੀਜ਼ਾ ਆਪਾਂ ਰੀਅਪਲਾਈ ਕਰਦੇ ਆ ਤਾਂ ਉਦੋਂ ਫਿਰ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਂਦੀਆਂ। ਕੈਨੇਡਾ ਨੇ ਰਿਫਿਊਜ਼ ਕੀਤਾ ਪਰ ਉਹਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਕਦੀ ਵੀਜ਼ਾ ਨਾ ਦੇਣਾ। ਕਈ ਵਾਰ ਪਹਿਲੀ ਵਾਰ ਚ ਵੀਜ਼ਾ ਨਹੀਂ ਆਉਂਦਾ, ਸੈਕਿੰਡ ਟਾਈਮ ਦੇ ਵਿੱਚ ਵੀਜ਼ਾ ਆ ਜਾਂਦਾ। ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਕੁਝ ਕੇਸਿਸ ਬੜੇ ਹੀ ਕੰਪਲਿਕੇਟਡ ਚੈਲੰਜਿੰਗ ਆਉਂਦੇ ਨੇ। ਐਸੇ ਕੇਸ ਹੈਂਡਲ ਕਰਨ ਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਤੁਸੀਂ 15 ਦਿਨਾਂ ਦੇ ਵਿੱਚ ਵੀ ਬਹੁਤ ਵੀਜ਼ਾ ਲਗਵਾ ਕੇ ਦਿੱਤੇ ਨੇ, 7 ਦਿਨਾਂ ਦੇ ਵਿੱਚ ਵੀ ਕਈ ਕੇਸ ਆਏ ਨੇ ਕਿ ਤੁਸੀਂ ਵੀਜ਼ਾ ਲਗਵਾ ਕੇ ਦਿੱਤਾ ਹੈ। ਤਾਂ ਅਗਰ ਉਹਦੇ ਵਿੱਚ ਫਿਰ ਦੇਰ ਹੁੰਦੀ ਹੈ ਤਾਂ ਫਿਰ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਇਹਦਾ ਕੀ ਮਤਲਬ ਹੁੰਦਾ? ਦੇਰ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਵੀਜ਼ਾ ਆਉਣਾ ਹੀ ਨਹੀਂ ਹੈਗਾ, ਜਾਂ ਫਿਰ ਦੇਰ ਹੋਣ ਦਾ ਮਤਲਬ ਇਹ ਹੈ ਕਿ ਸੱਚੀ ਕੋਈ ਇਦਾਂ ਦਾ ਰੀਜ਼ਨ ਹੋ ਗਿਆ ਸੀਗਾ? ਨੇ ਬਹੁਤ ਘੱਟ ਉਮਰ ਦੇ ਵਿੱਚ ਵੀ ਟੂਰਿਸਟ ਵੀਜ਼ਾ ਜਿਹੜੇ ਨੇ ਉਹ ਅਪਲਾਈ ਕੀਤੇ ਨੇ ਔਰ ਉਹਨਾਂ ਦਾ ਰਿਜ਼ਲਟ ਵੀ ਬੈਸਟ ਆਇਆ ਹੈਗਾ। I2A यानी कि इंडिया टू अब्रॉड इमिग्रेशन बहुत नाम सुनिया इन्हां दा, सोशल मीडिया ते भी काफी इन्हां दी एड जेडी देखी है। बहुत सारे वीजे इन्हां ने जेडे ने कदी 7 दिनां दे विच कदी 15 दिनां दे विच लगवा के दित्ते ते कदी इन्हां ने 18 19 साल दे बच्चों ਨੂੰ टूरिस्ट वीजा तक लगवा दित्ते। काफी एक्सपीरियंस है I2A इमिग्रेशन। सत श्री अकाल, मैं चंदन एक बार फिर तो ਤੁਹਾਡੇ ਸਭ ਦੇ ਰੂਬਰੂ ਹਾਂ। ਅਕਸਰ ਤੁਹਾਨੂੰ ਜਿਹੜੇ ਵੀਜ਼ਾ ਇਮੀਗ੍ਰੇਸ਼ਨ ਨੇ ਜਾਂ ਫਿਰ ਵੀਜ਼ਾ ਕਿਵੇਂ ਲਗਵਾਈਏ, ਕਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਤੁਹਾਨੂੰ ਅਵੇਅਰ ਕਰਦੇ ਰਹਿੰਦੇ ਹਾਂ। ਤੇ ਅੱਜ ਅਸੀਂ I2A ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਪਹੁੰਚੇ ਆ। ਇੱਥੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਟੂਰਿਸਟ ਵੀਜ਼ਾ ਨੂੰ ਲੈ ਕੇ ਤੇ ਨਾਲ ਹੀ ਨਾਲ ਸਾਰੀ ਅਵੇਅਰਨੈਸ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਟੂਰਿਸਟ ਵੀਜ਼ਾ ਲਈ ਅਪਲਾਈ ਕਰਦੇ ਨੇ, ਪਰ ਬਹੁਤ ਸਾਰੇ ਲੋਕ ਰਿਫਿਊਜ਼ਲਸ ਲਗਵਾ ਕੇ ਬੈਠ ਜਾਂਦੇ ਨੇ ਵੱਡੀਆਂ ਕੰਟਰੀਜ਼ ਤੋਂ, ਜਾਂ ਫਿਰ 2-2 3-3 ਸਾਲ ਜਿਹੜਾ ਉਹਨਾਂ ਦਾ ਵੀਜ਼ਾ ਹੀ ਨਹੀਂ ਆਉਂਦਾ। ਏਜੰਟਸ ਦੇ ਕੋਲ ਜਿਹੜੇ ਨੇ ਉਹ ਫਸੇ ਰਹਿ ਜਾਂਦੇ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਆਪਾਂ ਕਲੀਅਰ ਕਰਨਾ ਹੈ। ਇੰਡੀਆ ਟੂ ਅਬਰੋਡ ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਅਸੀਂ ਪਹੁੰਚੇ ਹਾਂ। ਇੱਥੋਂ ਦੇ ਜਿਹੜੇ ਵੀਜ਼ਾ ਕੰਸਲਟੈਂਟ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਸੋ ਇੱਥੋਂ ਦੇ ਜਿਹੜੇ ਵੀਜ਼ਾ ਐਕਸਪਰਟ ਨੇ ਇਸ਼ਪ੍ਰੀਤ ਸਿੰਘ, ਆਪਾਂ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਕੇ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਦੇਵਾਂਗੇ ਕਿ ਕਦੋਂ ਤੇ ਕਿਵੇਂ ਤੁਸੀਂ ਟੂਰਿਸਟ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਹੋ, ਕੀ ਸਹੀ ਸਮਾਂ ਹੈ, ਕੀ ਐਲੀਜੀਬਿਲਟੀਜ਼ ਹੈਗੀਆਂ ਨੇ, सब बाबत गलबात करके थोड़ी सारी जानकारी मुहैया करवावांगे। इशप्रीत साहब नाल जुड़े ने। इशप्रीत बहुत बहुत स्वागत है। ਧੰਨਵਾਦ ਜੀ। इशप्रीत जिवें कि मैं हुणी कहंदी पई सी कि टूरिस्ट वीज़ा ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੁੰਦੇ ਨੇ। ਤੁਸੀਂ ਕਾਫੀ ਘੱਟ ਏਜ ਵਿੱਚ ਵੀ ਟੂਰਿਸਟ ਵੀਜ਼ਾ ਲਗਵਾ ਕੇ ਦਿੱਤੇ ਤੇ ਕੀ ਐਲੀਜੀਬਿਲਟੀਜ਼ ਰਹਿੰਦੀਆਂ ਨੇ? ਸਭ ਤੋਂ ਪਹਿਲਾਂ ਇਹ ਦੱਸੋ ਇੱਕ ਟੂਰਿਸਟ ਵੀਜ਼ਾ ਲੈਣ ਲਈ। ਦੇਖੋ, ਮੇਰੇ ਖਿਆਲ ਨਾਲ ਜੋ ਮੈਂ ਆਪਣੇ ਐਕਸਪੀਰੀਅੰਸ ਨਾਲ ਕਹਿੰਦਾ, ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਚੀਜ਼ ਹੁੰਦੀ ਹੈ, ਤੁਹਾਡੇ ਕੋਲ ਬਾਹਰ ਜਾਣ ਦਾ ਰੀਜ਼ਨ ਹੋਣਾ ਬਹੁਤ ਜ਼ਰੂਰੀ ਹੈ।
ਸਭ ਤੋਂ ਬਾਅਦ ਇਹ ਬਾਕੀ ਗੱਲਾਂ ਬਾਅਦ ਚ ਆ ਜਾਂਦੀਆਂ। ਜੇ ਤੁਹਾਡੇ ਕੋਲ ਰੀਜ਼ਨ ਹੈਗਾ ਬਾਹਰ ਜਾਣ ਦਾ, ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ ਹਾਂ ਵੀ ਤੁਸੀਂ ਉੱਥੇ ਬਾਹਰ ਜਾ ਕੇ ਵਾਪਸ ਆਓਗੇ ਆਪਣੀ ਕੰਟਰੀ ਦੇ ਵਿੱਚ, ਉਹਦਾ ਕੀ ਤੁਸੀਂ ਆਪਣਾ ਐਵੀਡੈਂਸ ਦਿੰਦੇ ਆਪਾਂ, ਕੀ ਗਰੰਟੀ ਦਿੰਦੇ ਆ। ਥਰਡ ਆ ਜਾਂਦਾ ਕਿ ਤੁਸੀਂ ਕਿੰਨਾ ਕੁ ਫੰਡ ਹੈਗਾ ਤੁਹਾਡੇ ਕੋਲ, ਤੁਸੀਂ ਆਪਣਾ ਖਰਚਾ ਚੱਕ ਸਕਦੇ ਹੋ। ਜੇ ਚੱਕ ਸਕਦੇ ਹੋ ਤਾਂ ਤੁਹਾਡਾ ਖਰਚਾ ਤੁਸੀਂ ਖੁਦ ਚੱਕ ਰਹੇ ਹੋ ਕਿ ਤੁਹਾਨੂੰ ਕੋਈ ਸਪੋਰਟ ਕਰ ਰਿਹਾ, ਕਿਹਦੇ ਵੱਲੋਂ ਖਰਚਾ ਆ ਰਿਹਾ। ਫਿਰ ਆ ਜਾਂਦੀ ਬੈਂਕ ਸਟੇਟਮੈਂਟ, ਇਹ ਫੰਡ ਕਿੱਥੋਂ ਆਇਆ, ਕਿੰਨਾ ਕੁ ਤੁਸੀਂ ਕਮਾਉਂਦੇ ਹੋ, ਉਹ ਤਾਂ ਜਿਹੜੀ ਤੁਹਾਡੀ ਕਮਾਈ ਹੈ ਉਹ ਤੁਹਾਡੀ ਰਿਟਰਨ ਨਾਲ ਮੈਚ ਕਰਦੀ ਹੈ। ਸੇਵਿੰਗ ਕਿੰਨੀ ਕੀ ਹੈ, ਇਹ ਇੰਨੇ ਕੇ ਪੈਸੇ ਤਾਂ ਨਹੀਂ ਕਿਤੇ ਤੁਸੀਂ ਸਾਰੇ ਉੱਥੇ ਖਰਚ ਕੇ ਆ ਜਾਓਗੇ ਵਾਪਸ ਇੰਡੀਆ ਜੋ ਕਿ ਤੁਹਾਡੇ ਕੋਲ ਕੋਈ ਪੈਸੇ ਨਹੀਂ ਰਹਿਣਗੇ। ਇਹ ਸਾਰੀ ਚੀਜ਼ਾਂ ਓਵਰਆਲ ਕੈਲਕੂਲੇਸ਼ਨ ਦੇ ਨਾਲ ਅਸੀਂ ਮੈਚ ਕਰਕੇ ਇੱਕ ਦੂਜੇ ਨਾਲ ਨਾ ਸਰਕਲ ਹੁੰਦਾ, ਇੱਕ ਨਾ ਇੱਕ ਚੀਜ਼ ਜੁੜੀ ਹੁੰਦੀ ਹੈ। ਜੇ ਉਹ ਰੈਲੇਵੈਂਸੀ ਬਣਦੀ ਹੈ ਤਾਂ ਜਾ ਕੇ ਵੀਜ਼ਾ ਆਉਂਦਾ ਹੈਗਾ। ਇਦਾਂ ਨਹੀਂ ਹੈਗਾ ਕਿ ਆਪਣੀ ਇਨਕਮ ਨਹੀਂ ਮੈਚ ਕਰ ਰਹੀ, ਰਿਟਰਨ ਕੁਝ ਹੋਰ ਕਹਿ ਰਹੀ ਹੈ, ਰੀਜ਼ਨ ਕੁਝ ਹੋਰ ਕਹਿ ਰਿਹਾ, ਬੈਂਕ ਬੈਲੈਂਸ ਹੈ ਨਹੀਂ ਹੈਗਾ ਤੇ ਆਪਾਂ ਕਵਰਿੰਗ ਲੈਟਰ 'ਚ ਕਹਿ ਰਹੇ ਹਾਂ ਆਪਾਂ ਫਲਾਣੀ ਜਗ੍ਹਾ ਇੱਦਾਂ ਘੁੰਮਣ ਜਾਣਾ ਹੈਗਾ, ਫਿਰ ਕਦੀ ਨਹੀਂ ਵੀਜ਼ਾ ਆਏਗਾ। ਸਾਨੂੰ ਰੈਲੇਵੈਂਸੀ ਚਾਹੀਦੀ ਹੈ, ਸਾਰਾ ਸਿਸਟਮੈਟਿਕ ਕੰਮ ਹੋਏਗਾ ਤਾਂ ਹੀ ਜਾ ਕੇ ਸਾਨੂੰ ਵੀਜ਼ਾ ਮਿਲਦਾ ਹੈ। ਤੇ ਬਹੁਤ ਸਾਰੇ ਹੁਣ ਇਦਾਂ ਦੇ ਆਡੀਅנס ਵੀ ਜਿਹੜੇ ਸਾਨੂੰ ਦੇਖ ਰਹੇ ਹੋਣਗੇ, ਇਦਾਂ ਦੇ ਹੋਣਗੇ ਵੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਵੇਗਾ ਟੂਰਿਸਟ ਵੀਜ਼ਾ ਦੇ ਲਈ। ਕਈ ਲੋਕ ਜਿਹੜੇ ਹਜ਼ਾਰਾਂ ਦੇ ਵਿੱਚ ਲੋਕ ਜਿਹੜੇ ਨੇ ਟੂਰਿਸਟ ਵੀਜ਼ਾ ਲਈ ਅਪਲਾਈ ਕਰਦੇ ਨੇ, ਪਰ ਹਰ ਕਿਸੇ ਦਾ ਆਉਂਦਾ ਨਹੀਂ ਹੈ। ਸਿਰਫ ਕੁਝ ਕੁ ਹੁੰਦੇ ਨੇ ਜਿਨ੍ਹਾਂ ਦਾ ਆਉਂਦਾ ਹੈ। ਰਿਫਿਊਜ਼ਲ ਵੀ ਕਈਆਂ ਦੇ ਲੱਗ ਜਾਂਦੇ ਨੇ। ਰਿਫਿਊਜ਼ਲ ਲੱਗਣ ਦੇ ਕੀ ਕਾਰਨ ਨੇ? ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਆਹ ਚੀਜ਼ਾਂ ਜਦੋਂ ਆਪਾਂ ਨਹੀਂ ਸਹੀ ਤਰੀਕੇ ਨਾਲ ਐਮਬੈਸੀ ਅੱਗੇ ਪੇਸ਼ ਕਰ ਸਕਦੇ, ਵੀਜ਼ਾ ਆਫਿਸਰ ਨੂੰ ਨਹੀਂ ਲੱਗਦਾ ਕਿ ਤੁਸੀਂ ਜੈਨੂਇਨ ਹੈਗੇ ਹੋ, ਤੇ ਸਭ ਤੋਂ ਵੱਡਾ ਰਿਫਿਊਜ਼ਲ ਦਾ ਕਾਰਨ ਤੁਹਾਡਾ ਇਹੀ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ, ਕਈ ਵਾਰ ਜਦੋਂ ਆਪਾਂ ਕਿਸੇ ਕੰਸਲਟੈਂਟ ਕੋਲ ਜਾਂਦੇ ਆ, ਉਹਨੂੰ ਇਸ ਚੀਜ਼ ਦਾ ਐਕਸਪੀਰੀਅੰਸ ਨਹੀਂ ਹੁੰਦਾ ਜਾਂ ਉਹਨੂੰ ਲੈਕ ਆਫ ਨੌਲੇਜ ਕਹਿ ਲਓ, ਜਾਂ ਉਹ ਆਪਣੇ ਲਾਲਚ ਤੋਂ ਕਹਿੰਦੇ ਨੇ ਕਿ ਆਫਟਰ ਵੀਜ਼ਾ ਲਾਲਚ ਤੋਂ ਪੁੱਠੇ ਸਿੱਧੇ ਡਾਕੂਮੈਂਟਸ ਲਾਉਂਦਾ, ਤੇ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਨੇ ਮੈਟਰ ਕਰਦੀਆਂ ਰਿਫਿਊਜ਼ਲ ਲਈ। ਮੈਂ ਇਹ ਨਹੀਂ ਕਹਿੰਦਾ ਸਿਰਫ ਇੱਕ ਕਾਰਨ ਹੈ। ਅਗਰ ਦੇਖਿਆ ਜਾਏ ਤੁਸੀਂ ਬੈਂਕ ਸਟੇਟਮੈਂਟ ਤੁਹਾਡੀ ਕੀ ਬੋਲਦੀ ਪਈ ਹੈ, ਰਿਟਰਨ ਤੁਹਾਡੀ ਕੀ ਬੋਲਦੀ ਪਈ ਹੈ, ਤੁਹਾਡੇ ਕੋਲ ਰੀਜ਼ਨ ਹੈਗਾ ਕਿ ਨਹੀਂ ਹੈਗਾ, ਤੁਸੀਂ ਲਾਸਟ ਟਾਈਮ ਅਗਰ ਅਪਲਾਈ ਕੀਤਾ ਤੁਸੀਂ ਰਿਫਿਊਜ਼ ਹੋਏ ਹੋ, ਉਹ ਰਿਫਿਊਜ਼ਲ ਦੇ ਵਿੱਚ ਕੀ ਆਇਆ। ਇਹ ਤਾਂ ਨਹੀਂ ਹੈਗਾ ਕਿ ਰਿਫਿਊਜ਼ਲ 'ਚ ਕੁਝ ਹੋਰ ਆਇਆ ਹੋਇਆ ਆਪਾਂ ਇੱਦਾਂ ਹੀ ਚੱਕ ਕੇ ਫਾਈਲ ਲਾ ਦਿੰਦੇ ਹੈਗੇ ਆ। ਉਹ ਜਿਹੜਾ ਰੀਜ਼ਨ ਹੈ ਰਿਫਿਊਜ਼ਲ ਦਾ, ਉਹ ਆਪਾਂ ਨੂੰ ਦੂਰ ਕਰ ਵੀ ਸਕਦੇ ਹਾਂ ਕਿ ਨਹੀਂ। ਵੀਜ਼ਾ ਅਫਸਰ ਕਹਿੰਦਾ ਕਿ ਜੋ ਮੈਂ ਤੁਹਾਨੂੰ ਜਿਸ ਕਾਰਨ ਪਹਿਲਾਂ ਰਿਫਿਊਜ਼ ਕੀਤਾ ਸੀ ਉਹੀ ਚੱਕ ਕੇ ਤੁਸੀਂ ਫਿਰ ਉੱਦਾਂ ਹੀ ਫਾਈਲ ਨੂੰ ਸੇਮ ਟੂ ਸੇਮ ਉੱਦਾਂ ਰਿਪਰੈਜ਼ੈਂਟ ਕਰਤੀ, ਫਿਰ ਹੋ ਜਾਏਗਾ, ਫਿਰ ਮੈਂ ਕਿੱਦਾਂ ਵੀਜ਼ਾ ਦੇਣਾ। ਇਹ ਸਾਰੇ ਨਿੱਕੇ ਨਿੱਕੇ ਜਿਹੜੇ ਮੈਟਰ ਨੇ ਇਹ ਕਲੋਜ਼ਲੀ ਸਿਰਫ ਉਹੀ ਤੁਹਾਡਾ ਕੰਸਲਟੈਂਟ ਦੇਖ ਸਕਦਾ ਹੈ, ਕਿਉਂਕਿ ਹਰ ਕਲਾਇੰਟ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਕਿ ਉਹ ਆਪਣੀ ਫਾਈਲ ਨੂੰ ਡੀਪਲੀ ਦੇਖ ਸਕੇ। ਇਸੇ ਲਈ ਉਹ ਕੰਸਲਟੈਂਟ ਕੋਲ ਆਉਂਦਾ, ਸਾਡੇ ਆਫਿਸ ਆਉਂਦਾ ਹੈ, ਸਾਡੇ ਤੇ ਵਿਸ਼ਵਾਸ ਕਰਦਾ ਹੈ। ਇਹ ਸਾਡਾ ਫਰਜ਼ ਹੈ, ਅਸੀਂ ਉਸ ਫਾਈਲ ਨੂੰ ਕਿਸ ਤਰ੍ਹਾਂ ਦੇਖਦੇ ਹਾਂ। ਜੋ ਆਪਾਂ ਫਾਈਲ ਨੂੰ ਪ੍ਰੋਪਰ ਆਪਣਾ ਦੇਖਦੇ ਹੈਗੇ, ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹੈਗੇ, ਤੇ ਜਿਹੜਾ ਵੀਜ਼ਾ ਆਫਿਸਰ ਹੈ ਉਹ ਵੀਜ਼ਾ ਦੇਣ ਲਈ ਬੈਠਾ ਹੈਗਾ, ਰਿਫਿਊਜ਼ਲ ਦੇਣ ਲਈ ਨਹੀਂ ਬੈਠਾ ਹੋਇਆ, ਈਜ਼ੀਲੀ ਵੀਜ਼ਾ ਦੇ ਦਿੰਦਾ ਹੈਗਾ। ਬਿਲਕੁਲ, ਤੁਸੀਂ ਜਿਹੜੇ ਕਾਫੀ ਘੱਟ ਏਜ ਦੇ ਵਿੱਚ ਵੀ ਟੂਰਿਸਟ ਵੀਜ਼ਾ ਲਗਵਾ ਕੇ ਦਿੱਤੇ ਨੇ, ਤੇ ਕਿਹੜੀ ਕੰਟਰੀਜ਼ ਦੇ ਜਿਹੜੇ ਵੀਜ਼ਾ ਨੇ ਤੁਸੀਂ ਲਗਵਾ? ਦੇਖੋ, ਮੈਂ ਕਹਾਂਗਾ ਕਿ ਇੱਕ ਸਟੱਡੀ ਵੀਜ਼ਾ ਲੈ ਲਓ ਚਾਹੇ ਪੀਆਰ ਲੈ ਲਓ, ਇਹਨਾਂ 'ਚ ਏਜ ਮੈਟਰ ਕਰੇਗੀ ਕਿ ਤੁਹਾਡੀ ਏਜ ਕਿੰਨੀ ਹੈ, ਗੈਪ ਕਿੰਨਾ ਹੈਗਾ, ਠੀਕ ਹੈ। ਇੱਕ ਟੂਰਿਸਟ ਵੀਜ਼ਾ ਹੈ ਜਿਹਦੇ ਵਿੱਚ ਏਜ ਨਹੀਂ ਮੈਟਰ ਕਰਦੀ, ਘੁੰਮਣ ਫਿਰਨ ਲਈ ਕੋਈ ਵੀ ਜਾ ਸਕਦਾ। ਮੈਂ ਨਹੀਂ ਕਹਾਂਗਾ ਕਿ ਆਪਾਂ 10 ਸਾਲ ਦੇ ਬੱਚੇ ਨੂੰ ਕਹਾਂਗੇ ਕਿ ਉਹ ਵੀ ਜਾ ਸਕਦਾ। ਪਰ ਬਾਕੀ ਤਾਂ ਇਹ ਕਹਿੰਦੇ ਨੇ ਕਿ ਅਗਰ ਤੁਹਾਡੀ ਏਜ ਜਿਹੜੀ ਹੈ 30 ਪਲੱਸ ਨਹੀਂ ਹੈਗੀ ਤਾਂ ਤੁਹਾਨੂੰ ਟੂਰਿਸਟ ਵੀਜ਼ਾ ਹੀ ਨਹੀਂ ਮਿਲੂਗਾ। ਕਈ ਇਦਾਂ ਵੀ ਕਹਿ ਦਿੰਦੇ ਨੇ। ਜਿੰਨੇ ਮੂੰਹ ਓਨੀਆਂ ਗੱਲਾਂ। ਵੀਜ਼ਾ ਆਫਿਸਰ ਨੇ ਜਾਂ ਕੈਨੇਡਾ ਦੀ ਵੈਬਸਾਈਟ ਤੇ ਕਦੀ ਵੀ ਏਜ ਨੂੰ ਲੈ ਕੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਸ ਏਜ ਦਾ ਬੰਦਾ ਚਾਹੀਦਾ। ਤੁਹਾਨੂੰ ਤਾਂ ਲਾਈਵ ਅਸੀਂ ਐਗਜ਼ਾਮਪਲ ਦਿਖਾਏ ਨੇ, ਔਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਪਿਛਲੇ 7 ਸਾਲ ਤੋਂ ਸਾਨੂੰ ਦੇਖਦੇ ਹੀ ਆ ਰਹੇ ਨੇ। ਛੋਟੀ ਏਜ ਹੋਵੇ ਚਾਹੇ ਵੱਡੀ ਏਜ ਹੋਵੇ, ਚਾਹੇ ਕੋਈ ਰਿਫਿਊਜ਼ ਹੋ ਚੁੱਕਾ ਹੋਵੇ, ਚਾਹੇ ਕਿਸੇ ਦੀ ਇਨਕਮ ਘੱਟ ਹੋਵੇ, ਹਰ ਕੈਟਾਗਰੀ ਦੇ ਅਸੀਂ ਵੀਜ਼ਾ ਲੈ ਕੇ ਦਿੱਤੇ ਨੇ। ਸਿਰਫ ਫਾਈਲ ਨੂੰ ਰਿਪਰੈਜ਼ੈਂਟ ਕਰਨਾ ਆਉਣਾ ਚਾਹੀਦਾ, ਤੁਹਾਡੇ ਕੋਲ ਵੈਲਿਡ ਰੀਜ਼ਨ ਹੋਣਾ ਚਾਹੀਦਾ, ਜੋ ਕਿ ਅਸੀਂ ਇਨਵੀਟੇਸ਼ਨ ਦੇ ਥਰੂ ਜਿਹੜੀ ਪ੍ਰੋਫਾਈਲ ਆ ਉਹਨੂੰ ਇੱਕ ਰੀਜ਼ਨ ਦੇਣੀ ਹੈ, ਇੱਕ ਆਪਾਂ ਸਹੀ ਰਸਤੇ ਤੇ ਉਸ ਫਾਈਲ ਨੂੰ ਜਦੋਂ ਆਪਾਂ ਤੋਰਦੇ ਹੈਗੇ ਆ ਤੇ ਵੀਜ਼ਾ ਈਜ਼ੀਲੀ ਆ ਜਾਂਦਾ। ਤੇ ਜਦੋਂ ਤੁਸੀਂ ਇੱਕ ਟੂਰਿਸਟ ਵੀਜ਼ਾ ਲਗਵਾਉਂਦੇ ਹੋ ਹਨਾ, ਕਈ ਇਦਾਂ ਦੀਆਂ ਫਾਈਲਸ ਵੀ ਤੁਹਾਡੇ ਕੋਲ ਆਈਆਂ ਹੋਣਗੀਆਂ ਜੋ ਪਹਿਲਾਂ ਹੀ ਜਿਨ੍ਹਾਂ ਦੇ ਰਿਫਿਊਜ਼ਲ ਲੱਗੇ ਹੋਣਗੇ। ਜਦੋਂ ਉਹਨਾਂ ਦਾ ਵੀਜ਼ਾ ਆਪਾਂ ਰੀਅਪਲਾਈ ਕਰਦੇ ਹਾਂ ਤਾਂ ਉਦੋਂ ਫਿਰ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਂਦੀਆਂ? ਇਸ ਟਾਈਮ ਪੰਜਾਬ ਦੀ ਗੱਲ ਕਰਾਂ ਤੇ 50, 60, 70% ਕੇਸ ਇਦਾਂ ਦੇ ਨੇ ਜਿਹੜੇ ਇੱਕ ਵਾਰ ਅਪਲਾਈ ਕਰ ਚੁੱਕੇ ਹੋਏ ਨੇ। ਉਹਨਾਂ 'ਚੋਂ ਬਹੁਤ ਸਾਰੇ ਕੇਸ ਨੇ ਜਿਹੜੇ ਰਿਫਿਊਜ਼ ਵੀ ਹੋ ਚੁੱਕੇ ਨੇ। ਸਾਡੇ ਕੋਲ ਰਿਫਿਊਜ਼ਲ ਕੇਸ ਬਹੁਤ ਆਉਂਦੇ ਨੇ, ਅਸੀਂ ਐਕਸਪਰਟ ਆ ਰਿਫਿਊਜ਼ਲ ਦੇ ਵਿੱਚ। ਦੇਖੋ, ਜਿਹੜੇ ਸਾਡੇ ਕੋਲ ਕਈ ਕੇਸ ਇਦਾਂ ਦੇ ਜਿਹੜੇ ਰਿਫਿਊਜ਼ ਹੋ ਚੁੱਕੇ ਹੁੰਦੇ ਨੇ, ਬਟ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਪਿਛਲਾ ਕੇਸ ਜਿਹੜੇ ਉਹਦੇ ਏਜੰਟ ਨੇ ਲਗਾਇਆ ਉਹਦੇ ਵਿੱਚ ਉਹਨੇ ਕੀ ਡਾਕੂਮੈਂਟਸ ਲਏ, ਕੀ ਪ੍ਰੋਫਾਈਲ ਲਈ। ਇਸ ਕੇਸ ਦੇ ਵਿੱਚ ਥੋੜੀ ਜਿਹੀ ਸਾਨੂੰ ਮੁਸ਼ਕਲ ਆਉਂਦੀ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਲਾਸਟ ਟਾਈਮ ਜੋ ਅਪਲਾਈ ਕੀਤਾ ਸੀਗਾ ਉਹ ਕੀ ਕੀਤਾ। ਬਟ ਘਬਰਾਉਣ ਵਾਲੀ ਤਾਂ ਵੀ ਗੱਲ ਨਹੀਂ ਹੈਗੀ। ਕੈਨੇਡਾ ਨੇ ਇੱਕ ਹੋਰ ਆਪਸ਼ਨ ਦਿੱਤਾ, ਤੁਸੀਂ ਕੈਪਸ ਨੋਟ ਅਪਲਾਈ ਕਰ ਸਕਦੇ ਹੋ। ਆਪਾਂ ਕਲਾਇੰਟ ਦੇ ਕੈਪਸ ਨੋਟ ਅਪਲਾਈ ਕਰਦੇ ਜਿਹਦੇ ਵਿੱਚ
A to Z ਸਾਰੀ ਉਹਦੀ ਫਾਈਲ ਨਿਕਲ ਕੇ ਸਾਡੇ ਕੋਲ ਆ ਜਾਂਦੀ ਹੈ, ਚਾਹੇ ਉਹਨੇ ਇੱਕ ਵਾਰ ਕੇਸ ਲਗਾਇਆ, 2 ਵਾਰ, 3 ਵਾਰ, ਜਿੰਨੀ ਵਾਰ ਵੀ ਲਾਇਆ ਹੁੰਦਾ, ਕੀ ਪ੍ਰੋਫਾਈਲ ਆਈ ਸੀ, ਕੀ ਡਾਕੂਮੈਂਟਸ ਲਈ, ਸਾਰੀ ਹਿਸਟਰੀ ਸਾਡੇ ਕੋਲ ਆ ਜਾਂਦੀ ਹੈ, ਜਿੰਨਾ ਸਾਨੂੰ ਈਜ਼ੀ ਹੋ ਜਾਂਦਾ ਹੈ, ਸਾਨੂੰ ਪਤਾ ਲੱਗ ਜਾਂਦਾ ਕਿ ਕਿਵੇਂ ਰਿਫਿਊਜ਼ ਹੋਇਆ ਸੀ, ਕੀ ਕਰਨਾ ਤੋਂ ਤੇ ਕੀ ਲੋੜ ਹੈਗੀ ਇਸ ਪ੍ਰੋਫਾਈਲ ਦੇ ਵਿੱਚ ਚੇਂਜ ਲਿਆਉਣ ਦੀ। ਫਿਰ ਜਦੋਂ ਆਪਾਂ ਉਸ ਫਾਈਲ 'ਚ ਚੇਂਜ ਲਿਆਉਂਦੇ ਹੈਗੇ ਆ, ਇੱਕ ਸਹੀ ਢੰਗ ਦੇ ਨਾਲ ਜਦੋਂ ਫਾਈਲ ਆਉਂਦੇ ਹੈਗੇ ਆ, ਵੀਜ਼ਾ ਆ ਜਾਂਦਾ। ਨੋਰਮਲ ਅਗਰ ਜੇ ਕੋਈ ਕੇਸ ਰਿਫਿਊਜ਼ ਹੈਗਾ ਤੇ ਬਿਲਕੁਲ ਘਬਰਾਉਣ ਦੀ ਗੱਲ ਨਹੀਂ ਹੈਗੀ। ਕੈਨੇਡਾ ਨੇ ਰਿਫਿਊਜ਼ ਕੀਤਾ ਪਰ ਉਹਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਕਦੀ ਵੀਜ਼ਾ ਨਹੀਂ ਦੇਣਾ। ਕਈ ਵਾਰ ਪਹਿਲੀ ਵਾਰ 'ਚ ਵੀਜ਼ਾ ਨਹੀਂ ਆਉਂਦਾ, ਸੈਕਿੰਡ ਟਾਈਮ ਦੇ ਵਿੱਚ ਵੀਜ਼ਾ ਆ ਜਾਂਦਾ। ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਹੋਪ ਨਹੀਂ ਛੱਡਣੀ, ਕਿਉਂਕਿ ਕਈ ਕਲਾਇੰਟ ਐਸੇ ਹੁੰਦੇ ਨਿਰਾਸ਼ ਹੋ ਜਾਂਦੇ, ਡਿਪਰੈਸ਼ਨ 'ਚ ਆ ਜਾਂਦੇ ਨੇ, ਉਹਨਾਂ ਲੱਗਦਾ ਪਤਾ ਨਹੀਂ ਸ਼ਾਇਦ ਹੁਣ ਕੀ ਹੋ ਗਿਆ। ਘਬਰਾਉਣ ਦੀ ਲੋੜ ਨਹੀਂ, ਡਿਪਰੈਸ਼ਨ 'ਚ ਨਹੀਂ ਆਣਾ। ਬੜੇ ਸਾਰੇ ਕੇਸ ਨੇ, ਤੁਹਾਨੂੰ ਲਾਈਵ ਐਗਜ਼ਾਮਪਲ ਬਹੁਤ ਕੁਝ ਦੇਖਣ ਨੂੰ ਮਿਲੇਗਾ। ਕਲਾਇੰਟ 3-3 4-4 ਵਾਰ ਰਿਫਿਊਜ਼ ਹੋ ਕੇ ਵੀ ਵੀਜ਼ਾ ਲੈ ਲੈਂਦਾ ਹੈ। ਲੋੜ ਹੈ ਸਹੀ ਤੁਹਾਨੂੰ ਏਜੰਟ ਦੀ, ਸਹੀ ਕੰਸਲਟੈਂਟ ਦੀ। ਅਗਰ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਾ, ਕੋਈ ਕੰਸਲਟੈਂਟ ਤੁਹਾਨੂੰ ਰਾਈਟ ਗਾਈਡ ਨਹੀਂ ਕਰ ਰਿਹਾ ਹੈ, ਤੁਹਾਨੂੰ ਕੋਈ ਸਹੀ ਸਲਾਹ ਨਹੀਂ ਦੇ ਰਿਹਾ, ਇੱਕ ਵਾਰ ਤੁਸੀਂ ਸਾਡੇ ਆਫਿਸ ਆ ਕੇ ਵਿਜ਼ਿਟ ਕਰੋ। ਅਸੀਂ ਐਕਸਪਰਟ ਹੈਗੇ ਰਿਫਿਊਜ਼ਲ ਦੇ ਵਿੱਚ। ਤੁਸੀਂ ਆਓ ਸਾਡੇ ਕੋਲ, ਤੁਹਾਡਾ ਕੇਸ ਨੂੰ ਸਮਝਾਂਗੇ। ਸਾਨੂੰ ਜਦੋਂ ਲੱਗੇਗਾ ਕਿ ਹਾਂ ਵੀ ਇਸ ਕੇਸ ਨੂੰ ਲਗਾਉਣਾ ਚਾਹੀਦਾ, ਕਿਸ ਤਰ੍ਹਾਂ ਲਗਾਉਣਾ ਚਾਹੀਦਾ ਔਰ ਕਿੰਨੇ ਟਾਈਮ ਦੇ ਨਾਲ, ਅਸੀਂ ਤੁਹਾਨੂੰ ਸਹੀ ਗਾਈਡ ਕਰਾਂਗੇ, ਫਿਰ ਹੀ ਤੁਹਾਡਾ ਕੇਸ ਨੂੰ ਅਪਲਾਈ ਕਰਾਂਗੇ। ਬਿਲਕੁਲ। I2 ਇਮੀਗ੍ਰੇਸ਼ਨ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਜਿਹੜੇ ਟੂਰਿਸਟ ਵੀਜ਼ਾ ਦੀ ਜੇ ਖਾਸ ਕਰਕੇ ਆਪਾਂ ਗੱਲ ਕਰਦੇ ਹਾਂ ਤਾਂ ਟੂਰਿਸਟ ਵੀਜ਼ਾ ਜਿਹੜੇ ਇਹਨਾਂ ਦੇ ਵੱਲੋਂ ਉਹਦੇ ਵਿੱਚ ਕਾਫੀ ਐਕਸਪਰਟ ਨੇ ਇਹ, ਹੁਣ ਤੱਕ ਬਹੁਤ ਸਾਰੇ ਟੂਰਿਸਟ ਵੀਜ਼ਾ ਲਗਵਾ ਚੁੱਕੇ ਨੇ। ਜੇਕਰ ਤੁਸੀਂ ਵੀ ਆਪਣੀ ਫਾਈਲ ਜਿਹੜੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਨੰਬਰਸ ਉੱਪਰ ਕਾਲ ਕਰ ਸਕਦੇ ਹੋ। ਇਹਨਾਂ ਦੇ ਨੰਬਰ ਹੈਗੇ ਨੇ 9217 670 670। ਇੱਕ ਵਾਰ ਫਿਰ ਤੋਂ ਤੁਹਾਨੂੰ ਰਿਪੀਟ ਕਰ ਦਿੰਨੀ ਆ ਨੰਬਰ 9217 670 670। I2 ਇਮੀਗ੍ਰੇਸ਼ਨ ਦੇ ਜਿਹੜੇ ਨੰਬਰ ਨੇ, ਇਹਨਾਂ ਦੇ ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ, ਚਾਹੇ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਲਵਾਉਣਾ ਹੈ ਜਾਂ ਫਿਰ ਤੁਸੀਂ ਟੂਰਿਸਟ ਵੀਜ਼ਾ ਤੇ ਵਿਦੇਸ਼ ਜਾਣਾ ਚਾਹੁੰਦੇ ਹੋ। ਅੱਛਾ ਸਰ, ਹੁਣ ਤੱਕ ਕਿੰਨੇ ਕੁ ਇਦਾਂ ਦੇ ਕੇਸ ਤੁਸੀਂ ਹੈਂਡਲ ਕਰ ਚੁੱਕੇ ਹੋ ਜਾਂ ਫਿਰ ਕਿੰਨੇ ਕੁ ਟੂਰਿਸਟ ਵੀਜ਼ਾ ਲਗਵਾ ਚੁੱਕੇ ਹੋ? ਕਦੀ ਗਿਣਤੀ ਤਾਂ ਕੀਤੀ ਨਹੀਂ ਹੈਗੀ, ਬਟ ਕਾਫੀ ਸਾਰੇ ਲਗਾ ਚੁੱਕੇ ਹਾਂ। ਹੁਣ ਮੈਨੂੰ ਇੰਨਾ ਨਹੀਂ ਹੈਗਾ ਕਿ ਹਜ਼ਾਰਾਂ ਦੇ ਵਿੱਚ ਵੀਜ਼ੇ ਲੱਗ ਚੁੱਕੇ ਹੋਣਗੇ। ਕੁਝ ਕੇਸਿਸ ਬੜੇ ਹੀ ਕੰਪਲਿਕੇਟਿਡ, ਚੈਲੰਜਿੰਗ ਆਉਂਦੇ ਨੇ। ਐਸੇ ਕੇਸ ਹੈਂਡਲ ਕਰਨ 'ਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ, ਕਿਉਂਕਿ ਜਿਹੜੇ ਕੇਸ ਐਸੇ ਹੋਣ ਜਿਨ੍ਹਾਂ ਦੇ ਸਾਰਿਆਂ ਨੇ ਹੱਥ ਖੜੇ ਕਰਤੇ ਹੋਣ ਔਰ ਉਹ ਬੰਦਾ ਸਾਡੇ ਕੋਲ ਆਉਂਦਾ ਹੈ ਇੱਕ ਹੋਪ ਲੈ ਕੇ, ਤੇ ਉਸ ਸਾਡੇ ਤੇ ਨਾ ਇੱਕ ਫਿਰ ਬੋਝ ਪੈ ਜਾਂਦਾ ਕਿ ਜ਼ਿੰਮੇਵਾਰੀ ਪੈ ਜਾਂਦੀ ਕਿ ਬੰਦੇ ਦਾ ਹੁਣ ਆਪਾਂ ਪੂਰਾ ਕਰਕੇ ਦੇਣਾ, ਚਾਹੇ ਜਿਸ ਤਰ੍ਹਾਂ ਮਰਜ਼ੀ। ਜਦੋਂ ਐਸੇ ਕੇਸ ਜਦੋਂ ਮਿਲਦੇ ਨੇ, ਅਸੀਂ ਪੂਰੇ ਐਫਰਟਸ ਲਾਈਦੇ ਨੇ, ਟਾਈਮ ਲਗਾਈਦਾ ਤੇ ਜ਼ਿਆਦਾਤਰ ਦੇਖਣ ਨੂੰ ਹੈ ਕਿ ਜਦੋਂ ਰਿਜ਼ਲਟ ਆਉਂਦਾ, ਉਹ ਪੋਜ਼ਿਟਿਵ ਰਿਜ਼ਲਟ ਆਉਂਦਾ, ਵੀਜ਼ਾ ਆਉਂਦਾ, ਉਸ ਕਲਾਇੰਟ ਦੇ ਚਿਹਰੇ ਦੀ ਜਿਹੜੀ ਖੁਸ਼ੀ ਹੈ, ਉਹ ਚਮਕ ਹੈ ਜਿਹੜੀ, ਉਹ ਜਦੋਂ ਅਸੀਂ ਦੇਖਦੇ ਹੈਗੇ ਆ ਤੇ ਫਿਰ ਜਦੋਂ ਰਾਤ ਨੂੰ ਜਾ ਕੇ ਸੋਈਦਾ ਸਾਨੂੰ ਲੱਗਦਾ ਕਿ ਯਾਰ ਕੁਛ ਨਾ ਕੁਛ ਚੰਗਾ ਕਰਕੇ ਆਏ ਹੈਗੇ ਆ। ਸਾਨੂੰ ਆਪਣੇ ਜਿਹੜੇ ਕੰਮ ਤੇ ਫਕਰ ਹੁੰਦਾ, ਮਾਣ ਹੁੰਦਾ ਹੈਗਾ। ਬਹੁਤ ਸਾਰੀ ਚੀਜ਼ਾਂ ਲਾਈਫ 'ਚ ਦੇਖੀਆਂ ਤੇ ਅੱਗੇ ਵੀ ਅਸੀਂ ਜਿਹੜੇ ਚੈਲੰਜਿੰਗ ਕੇਸ ਹੈ ਤੇ ਫੇਸ ਕਰਦੇ ਰਹਾਂਗੇ। ਤੁਸੀਂ 15 ਦਿਨਾਂ ਦੇ ਵਿੱਚ ਵੀ ਬਹੁਤ ਵੀਜ਼ਾ ਲਗਵਾ ਕੇ ਦਿੱਤੇ ਨੇ, 7 ਦਿਨਾਂ ਦੇ ਵਿੱਚ ਵੀ ਕਈ ਕੇਸ ਆਏ ਨੇ ਕਿ ਤੁਸੀਂ ਵੀਜ਼ਾ ਲਗਵਾ ਕੇ ਦਿੱਤਾ ਹੈ। ਪਰ ਜਦੋਂ ਥੋੜਾ ਲੇਟ ਹੋ ਜਾਂਦਾ ਕੰਮ, ਥੋੜਾ ਡਿਲੇ ਹੋ ਜਾਂਦਾ, ਕਿਉਂਕਿ ਪੰਜਾਬ ਦੇ ਵਿੱਚ ਤਾਂ ਦੀ ਪਰਸੈਪਸ਼ਨ ਇੱਕ ਬਣ ਚੁੱਕੀ ਹੈ ਕਿ ਜਿਹੜੇ ਏਜੰਟਸ ਨੇ ਉਹ ਕਈ ਵਾਰ ਫਾਈਲਾਂ ਆਪਣੇ ਆਫਿਸ ਦੇ ਵਿੱਚ ਰੱਖ ਲੈਂਦੇ ਨੇ, ਹਨਾ, ਤੇ ਨਹੀਂ ਕਈ ਵਾਰ ਅਪਲਾਈ ਕਰਦੇ, ਬਟ ਜਿਹੜੇ ਕਲਾਇੰਟ ਹੁੰਦੇ ਨੇ ਉਹਨਾਂ ਨੂੰ ਇਦਾਂ ਹੀ ਝਾਂਸੇ ਦੇ ਵਿੱਚ ਰੱਖਦੇ ਨੇ। ਉਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਦਾ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ। ਜਦੋਂ ਤੁਹਾਡੇ ਕੋਲ ਕੋਈ ਕੇਸ ਲੈ ਕੇ ਆਉਂਦਾ ਆਪਣਾ, ਤਾਂ ਅਗਰ ਉਹਦੇ ਵਿੱਚ ਫਿਰ ਦੇਰ ਹੁੰਦੀ ਹੈ ਤਾਂ ਫਿਰ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਇਹਦਾ ਕੀ ਮਤਲਬ ਹੁੰਦਾ? ਦੇਰ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਵੀਜ਼ਾ ਆਉਣਾ ਹੀ ਨਹੀਂ ਹੈਗਾ, ਜਾਂ ਫਿਰ ਦੇਰ ਹੋਣ ਦਾ ਮਤਲਬ ਇਹ ਹੈ ਕਿ ਸੱਚੀ ਕੋਈ ਇਦਾਂ ਦਾ ਰੀਜ਼ਨ ਹੋ ਗਿਆ ਸੀਗਾ? ਹਰ ਇੱਕ ਬੰਦੇ ਦਾ ਕੰਮ ਕਰਨ ਦਾ ਇੱਕ ਢੰਗ ਹੁੰਦਾ ਹੈ, ਪੰਜੋਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੇਸ ਰੱਖ ਕੇ ਏਜੰਟ ਨੂੰ ਕੀ ਮਿਲੇਗਾ? ਉਹ ਕੇਸ ਨੂੰ ਆਪਣਾ ਸਟੋਰ ਕਰਕੇ ਰੱਖ ਲਏਗਾ, ਉਹਨੂੰ ਕੁਝ ਫਾਇਦਾ ਨਹੀਂ। ਵੀਜ਼ਾ ਆਏਗਾ ਤਾਂ ਹੀ ਉਹਨੂੰ ਕਮਾਈ ਹੋਏਗੀ, ਤਾਂ ਹੀ ਉਹਨੂੰ ਅੱਗੇ ਉਹਦਾ ਬਿਜ਼ਨਸ ਚੱਲੇਗਾ। ਬਾਕੀ ਦਾ ਪਤਾ ਨਹੀਂ। ਆਪਾਂ ਤਾਂ ਕਿਸੇ ਵੀ ਕੇਸ ਨੂੰ ਇਦਾਂ ਸਟਕ ਕਰਕੇ ਨਹੀਂ ਰੱਖਦੇ। ਹਾਂ, ਜਦ ਤੱਕ ਡਾਕੂਮੈਂਟਸ ਕਲਾਇੰਟ ਦੇ ਕੰਪਲੀਟ ਨਹੀਂ ਹੋਏ, ਅਸੀਂ ਕਲਾਇੰਟ ਨੂੰ ਸੁਜੈਸਟ ਜ਼ਰੂਰ ਕਰਦੇ ਹਾਂ ਕਿ ਭਰਾ ਆਪਣੇ ਡਾਕੂਮੈਂਟਸ ਪਹਿਲਾਂ ਪੂਰੇ ਕਰ ਲੈ, ਫਿਰ ਹੀ ਫਾਈਲ ਲਗਾਓ, ਅਦਰਵਾਈਜ਼ ਆਪਣੇ ਚਾਂਸਸ ਘੱਟ ਨੇ। ਫਿਰ ਉਸ ਤੋਂ ਬਾਅਦ ਆਪਾਂ ਉਸ ਕਰਕੇ ਥੋੜੀ ਬਹੁਤੀ ਦੇਰੀ ਹੋ ਸਕਦੀ ਹੈਗੀ ਹੈ। ਬਾਕੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੈਗੇ ਹੋ, ਕੇਸ ਦੇਖੋ ਅੰਬੈਸੀ ਹੈ, ਅੰਬੈਸੀ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ। ਅੰਬੈਸੀ ਰਿਜ਼ਲਟ 15 ਦਿਨ 'ਚ ਵੀ ਦਿੰਦੀ ਹੈ, 7 ਦਿਨ 'ਚ ਵੀ ਦਿੰਦੀ ਹੈ, ਕਈ ਵਾਰ ਮਹੀਨਾ 2 ਮਹੀਨਾ ਵੀ ਲਗਾ ਦਿੰਦੀ ਹੈਗੀ। ਆਪਾਂ ਇਹ 'ਚ ਜ਼ਿਆਦਾ ਨਹੀਂ ਕਹਿ ਸਕਦੇ, ਬਟ ਇੱਕ ਇਸ ਪੁਆਇੰਟ ਇਹ ਸਮਝਣ ਵਾਲੀ ਗੱਲ ਹੈਗੀ ਹੈ ਕਿ ਜੇ ਅੱਜ ਆਪਾਂ ਪਲਾਨ, ਸਪੋਜ਼ ਆਪਾਂ ਪਲਾਨ ਪਾਇਆ ਆਪਣਾ 2 ਮਹੀਨੇ ਬਾਅਦ ਦਾ ਘੁੰਮਣ ਜਾਣਾ ਹੈ, ਬਟ ਬਾਈ ਚਾਂਸ ਆਪਣਾ ਰਿਜ਼ਲਟ ਨਹੀਂ ਆਇਆ ਤਦ ਤੱਕ, ਇਹਦਾ ਮਤਲਬ ਇਹ ਨਹੀਂ ਕਿ ਰਿਫਿਊਜ਼ਲ ਆ ਜਾਏਗੀ। ਰਿਫਿਊਜ਼ਲ ਨਹੀਂ ਆਉਂਦੀ, ਇਹਦਾ ਮਤਲਬ ਇਹ ਹੈ ਕਿ ਅੰਬੈਸੀ ਵੱਲੋਂ ਦੇਰ ਹੋਈ ਹੈ, ਤੁਸੀਂ ਆਪਣਾ ਰੀਜ਼ਨ ਦਿੱਤਾ ਹੋਇਆ ਬਾਹਰ ਜਾਣ ਦਾ। ਜ਼ਿਆਦਾ ਗੱਲ ਹੈਗੀ ਆਪਾਂ ਉਹਨੂੰ ਵੈਬ ਫੋਰਮ ਨੂੰ ਅਪਡੇਟ ਕਰ ਦਿੰਦੀ ਹੈਗੀ ਆ। ਤੁਹਾਡਾ ਇਹਦਾ ਮਤਲਬ ਇਹ ਨਹੀਂ ਕਿ ਕੇਸ ਨੈਗੇਟਿਵ ਹੋ ਜਾਂਦਾ, ਕਈ ਵਾਰ ਦੇਰ ਹੋ ਜਾਂਦੀ ਹੈ। ਬਿਲਕੁਲ ਘਬਰਾਉਣ ਦੀ ਲੋੜ ਨਹੀਂ।
ਕਿਉਂਕਿ ਜੇ ਤੁਸੀਂ ਘਬਰਾਓਗੇ ਆਪਣੇ ਕੰਸਲਟੈਂਟ ਨੂੰ ਬਾਰ-ਬਾਰ ਸਾਨੂੰ ਇਦਾਂ ਕਹੋਗੇ ਕਿ ਸਾਡਾ ਰਿਜ਼ਲਟ ਨਹੀਂ ਆਇਆ, ਖੁਦ ਵੀ ਪਰੇਸ਼ਾਨ ਹੋਵੋਗੇ, ਕੰਸਲਟੈਂਟ ਤੋਂ ਵੀ ਕਰੋਗੇ, ਤੁਹਾਨੂੰ ਵੇਟ ਕਰਨਾ ਪਏਗਾ। ਅਦਰਵਾਈਜ਼ ਤੁਸੀਂ ਆਪਣੇ, ਜੇ ਤੁਹਾਨੂੰ ਜ਼ਿਆਦਾ ਹੀ ਟਾਈਮ ਹੋ ਗਿਆ, ਸਾਲ 1.5 ਸਾਲ ਹੋ ਗਿਆ, ਤੁਸੀਂ ਆਪਣੇ ਕੇਸ ਨੂੰ ਵਿਡਰੋ ਕਰਕੇ ਦੁਬਾਰਾ ਲਗਾ ਸਕਦੇ ਹੋ। ਬਟ ਮੈਂ ਕਹਿੰਦਾ ਇਹਦੀ ਲੋੜ ਨਹੀਂ ਹੈਗੀ ਜਿੱਥੇ ਤੁਸੀਂ ਇੰਨਾ ਸਬਰ ਕੀਤਾ ਹੈਗਾ। ਇਸ ਟਾਈਮ ਕੈਨੇਡਾ ਜਿਹੜਾ ਹੈਗਾ ਰਿਜ਼ਲਟ ਬਹੁਤ ਫਾਸਟ ਕਰ ਰਿਹਾ ਹੈਗਾ ਔਰ ਬਹੁਤ ਹੀ ਫਾਸਟਲੀ ਕੁਇਕਲੀ ਰਿਜ਼ਲਟ ਆ ਰਿਹਾ। ਤੁਸੀਂ ਵੀ ਦੇਖਿਆ ਹੋਣਾ ਇਸ ਟਾਈਮ ਅਗਰ ਆਪਾਂ ਗੱਲ ਕਰੀਏ ਕੈਨੇਡਾ 'ਚ 27 ਲੱਖ ਜਿਹੜੇ ਕੇਸ ਹੈ ਪੈਂਡਿੰਗ 'ਚ ਸ਼ੋ ਹੋ ਰਹੇ ਨੇ। ਸਿਰਫ ਇੰਡੀਆ ਟੂ ਅਬਰੋਡ ਦੇ ਕਲਾਇੰਟ ਨਹੀਂ ਹੈਗੇ, ਆਲ ਓਵਰ ਵਰਲਡ ਤੋਂ ਕੈਨੇਡਾ ਦੇ ਲੋਕ ਅਪਲਾਈ ਕਰਦੇ ਨੇ ਤੇ ਇਹ ਵਾਰੀ ਸਭ ਦੀ ਵਾਰੀ ਆਏਗੀ। ਸਿਰਫ ਕੋਵਿਡ ਕਰਕੇ ਥੋੜਾ ਜਿਹਾ ਡਿਲੇ ਹੋ ਰਿਹਾ, ਅਦਰਵਾਈਜ਼ ਐਡੀ ਕੋਈ ਮੁਸ਼ਕਲ ਆਉਂਦੀ ਨਹੀਂ। ਜਿੱਥੇ ਆਪਾਂ ਇੰਨਾ ਸਬਰ ਕੀਤਾ, ਥੋੜਾ ਜਿਹਾ ਹੋਰ ਸਬਰ ਤੇ ਆਪਣਾ ਪੇਸ਼ੈਂਸ ਦਿਖਾਓ, ਬਹੁਤ ਹੀ ਜਲਦ ਤੁਹਾਨੂੰ ਵੀ ਗੁੱਡ ਨਿਊਜ਼ ਜਿਹੜਾ ਮਿਲੇਗੀ ਤੁਹਾਨੂੰ। ਬਿਲਕੁਲ, ਜੇ ਆਪਾਂ I2 ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਬਹੁਤ ਸਾਰੇ ਜਿਹੜੇ ਵੀਜ਼ਾ ਨੇ ਲਗਵਾ ਚੁੱਕੇ ਨੇ। ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਨ੍ਹਾਂ ਦੇ ਰਿਫਿਊਜ਼ਲ ਵੀ ਲੱਗੇ ਸੀ, ਪਰ ਉਹਨਾਂ ਦਾ ਵੀ ਇਹਨਾਂ ਨੇ ਰੀਅਪਲਾਈ ਕੀਤਾ ਔਰ ਵੀਜ਼ਾ ਜਿਹੜੇ ਨੇ ਲਗਾਤਾਰ ਲੱਗਦੇ ਰਹੇ ਨੇ। ਔਰ ਇਸ ਤੋਂ ਇਲਾਵਾ ਵੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਘੱਟ ਉਮਰ ਦੇ ਵਿੱਚ ਵੀ ਟੂਰਿਸਟ ਵੀਜ਼ਾ ਜਿਹੜੇ ਨੇ ਉਹ ਅਪਲਾਈ ਕੀਤੇ ਨੇ ਔਰ ਉਹਨਾਂ ਦਾ ਰਿਜ਼ਲਟ ਵੀ ਬੈਸਟ ਆਇਆ ਹੈਗਾ। ਔਰ ਇਸ ਦੇ ਨਾਲ ਹੀ ਬਹੁਤ ਹੀ ਘੱਟ ਸਮੇਂ ਦੇ ਵਿੱਚ I2 ਇਮੀਗ੍ਰੇਸ਼ਨ ਦੇ ਵੱਲੋਂ ਤੁਹਾਨੂੰ ਟੂਰਿਸਟ ਵੀਜ਼ਾ ਵੀ ਲੈ ਕੇ ਦਿੱਤੇ ਜਾ ਰਹੇ ਨੇ। ਜੇਕਰ ਤੁਸੀਂ ਵੀ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ I2 ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦੀਆਂ ਬ੍ਰਾਂਚਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਖੁਦ ਆ ਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ। ਇਹਨਾਂ ਦੇ ਨੰਬਰ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਆ। ਇਹਨਾਂ ਦੇ ਨੰਬਰ ਨੇ 9217670670। ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੇ ਆ, 9217670670 ਇਹਨਾਂ ਦਾ ਨੰਬਰ ਹੈ। ਇਹਨਾਂ ਨੰਬਰਸ ਦੇ ਉੱਪਰ ਤੁਸੀਂ ਆਪਣੀ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਕੇਸ ਅਪਲਾਈ ਕਰਨ ਦੇ ਲਈ ਇਹਨਾਂ ਦੇ ਬ੍ਰਾਂਚਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ।